Quick revision of Unit 1. Unit 1 is the diversity in the living world. Biology ਕੀ ਆ ਲਾਈਫ ਫਾਰਮਸ ਅਤੇ ਲਿਵਿੰਗ ਪ੍ਰੋਸੈਸਿਸ ਦੀ ਸਾਇੰਸ ਨੂੰ ਬਾਇਓਲੋਜੀ ਕਿਹਾ ਜਾਂਦਾ ਹੈਗਾ ਅਤੇ ਲਿਵਿੰਗ ਵਰਲਡ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਨੂੰ ਅਮੇਜ਼ਿੰਗ ਡਾਇਵਰਸਿਟੀ ਦੇਖਣ ਨੂੰ ਮਿਲਦੀ ਹੈ ਲਿਵਿੰਗ ਆਰਗੈਨਿਜ਼ਮਸ ਦੀ। ਜਿਹੜਾ ਪਹਿਲਾਂ ਦੇ ਲੋਕ ਹੁੰਦੇ ਸੀ ਉਹ ਕੀ ਹੈ ਈਜ਼ੀਲੀ ਇਨਐਨੀਮੇਟ ਅਤੇ ਐਨੀਮੇਟ ਮੈਟਰ ਦੇ ਵਿੱਚ ਡਿਫਰੈਂਸ ਪਤਾ ਕਰ ਸਕਦੇ ਸੀਗੇ, ਉਹਨਾਂ ਨੂੰ ਡਿਫਰੈਂਸ ਪਤਾ ਹੁੰਦਾ ਸੀਗਾ। ਠੀਕ ਹੈ, ਜਿਹੜੇ ਪਹਿਲਾਂ ਅਰਲੀ ਮੈਨ ਸੀਗੇ ਉਹਨਾਂ ਨੇ ਕੁਝ ਇਨਐਨੀਮੇਟ ਮੈਟਰ ਨੂੰ ਵੀ ਕੁਝ ਇਨਐਨੀਮੇਟ ਮੈਟਰ ਦੀ ਫੋਟੋ ਉਹਨਾਂ ਦੇ ਦਿਮਾਗ ਦੇ ਵਿੱਚ ਬਣੀ ਹੋਈ ਸੀ, ਜਿੱਦਾਂ ਕਿ ਵਿੰਡ ਹੋ ਗਿਆ, ਸੀ ਹੋ ਗਈ, ਹੈ ਨਾ, ਫਾਇਰ ਐਕਸੈਕਟਰਾ। ਅਤੇ ਕੁਝ ਪਲਾਂਟਸ ਅਤੇ ਐਨੀਮਲਸ ਦੀ ਨੂੰ ਵੀ ਉਹ ਡੈਫਾਈਨ ਕਰ ਸਕਦੇ ਸੀ, ਮਤਲਬ ਕੁਝ ਚੀਜ਼ਾਂ ਬਾਰੇ ਉਹਨਾਂ ਨੂੰ ਪਤਾ ਸੀ, ਹੈ ਨਾ, ਇਹ ਪਲਾਂਟ ਹੈ, ਇਹ ਐਨੀਮਲ ਹੈ, ਇਹ ਆਪਣੇ ਕਿਵੇਂ ਕੰਮ ਆਉਂਦਾ ਗਾ। ਕਾਮਨ ਫੀਚਰ ਕੀ ਸੀ ਇਹ ਸਾਰੀਆਂ ਲਾਈਫ ਫੋਰਮਸ ਦਾ, ਭਾਵੇਂ ਉਹ ਇਨਐਨੀਮੇਟ ਹੋਵੇ ਭਾਵੇਂ ਉਹ ਐਨੀਮੇਟ ਮੈਟਰ ਹੋਵੇ, ਇਹਨਾਂ ਦਾ ਕਾਮਨ ਫੀਚਰ ਇਹ ਸੀਗਾ ਕਿ ਇਹ ਆਪਣੇ ਅੰਦਰ ਕੋਈ ਨਾ ਕੋਈ ਸੈਂਸ ਚੁਕਾਉਂਦੀ ਸੀ, ਭਾਵੇਂ ਉਹ ਸ਼ੌਕਿੰਗ ਦੀ ਹੋਵੇ, ਹੈ ਨਾ, ਭਾਵੇਂ ਫੀਅਰ ਹੋਵੇ, ਕੁਛ ਵੀ ਹੋਵੇ। The description of living organisms, including human beings, began much later in the human history. ਠੀਕ ਹੈ, ਲਿਵਿੰਗ ਆਰਗੈਨਿਜ਼ਮਸ ਦੀ ਡਿਸਕ੍ਰਿਪਸ਼ਨ ਹਿਊਮਨ ਹਿਸਟਰੀ ਦੇ ਵਿੱਚ ਬਹੁਤ ਬਾਅਦ ਆਈ ਆ। ਉਦੋਂ ਪਹਿਲਾਂ ਸਿਰਫ ਆਪਾਂ ਨੂੰ ਪਤਾ ਸੀ ਵੀ ਇਹ ਚੀਜ਼ ਆ, ਹੈ ਨਾ, ਬਸ ਇਹ ਜਿੰਦਾ ਨਹੀਂ ਹੈਗੀ, ਇਹ ਜਿੰਦਾ ਹੈਗੀ। ਜਿਹੜੀਆਂ ਸੁਸਾਇਟੀਜ਼ ਸਿਰਫ ਅਤੇ ਸਿਰਫ ਐਂਥਰੋਪੋਸੈਂਟਰਿਕ ਵਿਊ ਨਾਲ ਜਿਉਂਦੀਆਂ ਸੀ, ਮਤਲਬ ਸਿਰਫ ਅਤੇ ਸਿਰਫ ਬੰਦੇ ਦੀ ਖਾਤਰ ਜਿਉਂਦੀਆਂ ਸੀ, ਬੰਦੇ ਦੀ ਫਾਇਦੇ ਦੀ ਖਾਤਰ ਜਿਉਂਦੀਆਂ ਸੀ, ਉਹਨਾਂ ਨੇ ਬਾਇਓਲੋਜੀ ਦੇ ਵਿੱਚ ਬਹੁਤ ਹੀ ਜ਼ਿਆਦਾ ਲਿਮਿਟਡ ਪ੍ਰੋਗਰੈਸ ਕੀਤਾ ਹੈਗਾ। ਸਿਸਟਮੈਟਿਕ ਅਤੇ ਮੋਨੂਮੈਂਟਲ ਡਿਸਕ੍ਰਿਪਸ਼ਨ ਲਾਈਫ ਫੋਰਮਸ ਦੀ ਕੀ ਆ, ਉਹਨੇ ਲਾਈਫ ਫੋਰਮਸ ਦੀ ਸਿਸਟਮੈਟਿਕ ਅਤੇ ਮੋਨੂਮੈਂਟਲ ਡਿਸਕ੍ਰਿਪਸ਼ਨ ਨੇ ਕੀ ਲਿਆਂਦਾ, ਡੀਟੇਲਡ ਸਿਸਟਮ ਲਿਆਂਦੇ। ਕਾਹਦੇ ਡੀਟੇਲਡ ਸਿਸਟਮ? ਆਈਡੈਂਟੀਫਿਕੇਸ਼ਨ, ਨੋਮਨਕਲੇਚਰ, ਕਲਾਸੀਫਿਕੇਸ਼ਨ ਦੇ ਡੀਟੇਲ ਸਿਸਟਮ ਲੈ ਕੇ ਆਏ ਹੋ। ਬਿਗੈਸਟ ਸਪਿਨ ਆਫ, ਸਭ ਤੋਂ ਵੱਡਾ ਚੇਂਜ ਕਦੋਂ ਆਇਆ? ਠੀਕ ਹੈ, ਕਿ ਜਦੋਂ ਆਪਾਂ ਨੇ ਰੈਕਗਨਾਈਜ਼ ਕਰ ਲਿਆ ਕਿ ਕਿਹੜੀਆਂ ਕਿਹੜੀਆਂ ਸਿਮਿਲੈਰਿਟੀਜ਼ ਲਿਵਿੰਗ ਆਰਗੈਨਿਜ਼ਮਸ ਸ਼ੇਅਰ ਕਰਦੇ ਨੇ, ਹੋਰੀਜ਼ੋਂਟਲੀ ਵੀ ਅਤੇ ਵਰਟੀਕਲੀ ਵੀ। ਠੀਕ ਹੈ, ਅਤੇ ਸਾਰੇ ਦੇ ਸਾਰੇ ਜਿਹੜੇ ਪ੍ਰੈਜੈਂਟ ਡੇ ਲਿਵਿੰਗ ਆਰਗੈਨਿਜ਼ਮਸ ਨੇ ਉਹ ਇੱਕ ਦੂਸਰੇ ਨਾਲ ਕਾਫੀ ਜ਼ਿਆਦਾ ਰਿਲੇਟਡ ਹੁੰਦੇ ਨੇ, ਐਂਡ ਆਲਸੋ ਟੂ ਦ ਆਰਗੈਨਿਜ਼ਮਸ ਦੈਟ ਹੈਵ ਲਿਵਡ ਔਨ ਦ ਅਰਥ। ਵਾਜ਼ ਅ ਰੈਵੋਲਿਊਸ਼ਨ ਵਿਚ ਹੰਬਲਡ ਮੈਨੀ। ਇਹਦੇ ਨਾਲ ਕੀ ਆ, ਉਹ ਜਦੋਂ ਇਹਨੂੰ ਪਤਾ ਲੱਗਿਆ ਇਨਸਾਨ ਨੂੰ ਕਿ ਸਾਰੇ ਆਰਗੈਨਿਜ਼ਮ ਇੱਕ ਦੂਸਰੇ ਦੇ ਉੱਪਰ ਡਿਪੈਂਡੈਂਟ ਨਹੀਂ, ਇੱਕ ਦੂਸਰੇ ਨਾਲ ਕਾਫੀ ਇੰਟਰ ਰਿਲੇਟਡ ਨੇ। ਠੀਕ ਹੈ, ਅਤੇ ਉਹਨਾਂ ਆਰਗੈਨਿਜ਼ਮਸ ਨਾਲ ਵੀ ਕਾਫੀ ਰਿਲੇਟਡ ਨੇ ਜਿਹੜੇ ਕਿਸੇ ਨਾ ਕਿਸੇ ਸਮੇਂ ਇਸ ਧਰਤੀ ਦੇ ਉੱਪਰ ਪ੍ਰੈਜ਼ੈਂਟ ਸੀਗੇ, ਤਾਂ ਉਹਨਾਂ ਨੂੰ ਇਹਦੇ ਨਾਲ ਇਨਸਾਨ ਕਾਫੀ ਜ਼ਿਆਦਾ ਹੰਬਲ ਹੋ ਗਿਆ ਸੀਗਾ, ਮਤਲਬ ਉਹ ਹੋਰ ਆਰਗੈਨਿਜ਼ਮ ਬਾਰੇ ਵੀ ਸੋਚਣ ਲੱਗ ਗਿਆ ਸੀ, ਉਹ ਐਂਥਰੋਪੋਸੈਂਟਰਿਕ ਵਿਊ ਤੋਂ ਥੋੜ੍ਹਾ ਪਰੇ ਹਟ ਗਿਆ ਸੀਗਾ। ਅਤੇ ਨਾਲ ਕਲਚਰਲ ਮੂਵਮੈਂਟਸ ਵੀ ਆਈਆਂ ਬਾਇਓਡਾਇਵਰਸਿਟੀ ਦੀ ਕੰਜ਼ਰਵੇਸ਼ਨ ਦੇ ਲਈ, ਜਿਹਨਾਂ ਨੂੰ ਆਪਾਂ ਇਸ ਚੈਪਟਰ ਦੇ ਵਿੱਚ ਇਸ ਚੈਪਟਰ ਦੇ ਵਿੱਚ ਆਪਾਂ ਪੜ੍ਹਾਂਗੇ ਐਨੀਮਲਸ ਅਤੇ ਪਲਾਂਟਸ ਨੂੰ ਟੈਕਨੋਮਿਕਸ ਦੇ ਪਰਸਪੈਕਟਿਵ ਤੋਂ। Taking quick reading. Biology is the science of life forms and living processes. The living world comprises an amazing diversity of living organisms. Early men could easily perceive the difference between inanimate matter and living organisms. Early men divided some of the inanimate matter, wind, sea, fire, etc., and some among the animals and plants. A common feature of all such forms of inanimate and animate objects was the sense of awe or fear that they evoked. The description of living organisms, including human beings, began much later in the human history. Societies which indulged in anthropocentric view of biology could register limited progress in biological knowledge. Systematic and monumental description of life forms brought in out of necessity detailed systems of identification, nomenclature, and classification. The biggest spin-off of such studies was the recognition of sharing of similarities among living organisms both horizontally and vertically. That all present-day living organisms are related to each other and also to the organisms that ever lived on this earth was a revolution which humbled man and that led to cultural movements for conservation of biodiversity. In the following chapters of this unit, you will get a description including classification of animals and plants from a taxonomist's perspective. Now, starting with Ernst Mayr. So Ernst Mayr was born on 5 July 1904 and he gave the currently accepted definition of biological species. He was given the Triple Crown of Biology and the title of Alexander Agassiz Professor of Zoology Emeritus when he retired from the Harvard University in 1975. So reading much more about it. 5 July 1904, born in Kempten, Germany, Ernst Mayr
Ernst Mayr, the Harvard University evolutionary biologist. He was the evolutionary biologist in the Harvard University, and he is called the Darwin of the 20th century. Who's Darwin? We'll read about him in the evolution chapter of class 12, and he was one of the greatest scientists of whole time. ਜਿਹੜੇ ਅੱਜ ਤੱਕ ਦੇ 100 greatest scientist ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਹੈਗਾ ਗਾ ਆਪਣੇ ਅਰਨਸਟ ਮੇਅਰ ਭਾਈ ਸਾਹਿਬ ਨੇ, ਠੀਕ ਹੈ। ਮੇਅਰ ਨੇ ਹਾਰਵਰਡ ਦੀ ਫੈਕਲਟੀ ਨੂੰ ਜੁਆਇਨ ਕੀਤਾ ਸੀਗਾ ਆਰਟਸ ਅਤੇ ਸਾਇੰਸਿਸ ਦੇ ਕਦੋਂ 1953 ਦੇ ਵਿੱਚ, ਐਂਡ ਰਿਟਾਇਰਡ ਇਨ 1975, ਅਜ਼ਿਊਮਿੰਗ ਦ ਟਾਈਟਲ ਅਲੈਗਜ਼ੈਂਡਰ ਐਗਾਸਿਸ ਪ੍ਰੋਫੈਸਰ ਆਫ ਜ਼ੂਲੋਜੀ ਐਮਰਾਈਟਸ। Throughout his nearly 80-year career, his research spanned ornithology, taxonomy, zoography, evolution, systematics, and the history and philosophy of biology. ਇਹਦੇ 80 ਸਾਲਾਂ ਦੇ ਕੈਰੀਅਰ ਦੇ ਵਿੱਚ ਇਹਦੀ ਰਿਸਰਚ ਕਿੱਥੇ ਕਿੱਥੇ ਘੁੰਮੀ ਆ? ornithology, study of birds, taxonomy, classification system, zoography means the geographical region where the geographical regions where different animals are found, evolution, how we evolved and other organisms evolved, systematics means classification using the phylogenetic relationships, and the history and the philosophy of biology. He almost single-handedly made the origin of species of diversity the central question of evolutionary biology that it is today. What is the central question of evolutionary biology? What is the central question of biology? Evolutionary biology, that is the origin of species. And who made it the central question of evolutionary biology? It was made by Ernst Mayr. He also pioneered the currently accepted definition of a biological species. Mayr currently accepted definition of biological species was given by Ernst Mayr. Mayr was awarded the 3 prizes widely regarded as the Triple Crown of Biology. He was given the Triple Crown of Biology. Which are the 3 prizes and in which year they were given to him? Balzan Prize in 1983, International Prize for Biology in 1994, and the Crafoord Prize in 1999. Balzan Prize 1983, International Prize for Biology in 1994, and the Crafoord Prize in 1999. Mayr died at the age of 100 in the year 2004. Moving on to the chapter now. The living world. How wonderful is the living world? The wide range of living types is amazing. The extraordinary habitats in which you find living organisms, be it cold mountains, deciduous forests, oceans, freshwater lakes, deserts, or hot springs, leave us speechless. ਲਿਵਿੰਗ ਵਰਲਡ ਕਾਫੀ ਜ਼ਿਆਦਾ ਵੰਡਰਫੁਲ ਹੈ, ਜਿਹੜੇ ਆਪਾਂ ਨੂੰ ਵਾਈਡ ਰੇਂਜ ਆਫ ਲਿਵਿੰਗ ਆਰਗੈਨਿਜ਼ਮਸ ਦੇਖਣ ਨੂੰ ਮਿਲਦੇ ਨੇ, ਭਾਵੇਂ ਉਹ ਕੀ ਆ ਕਿਤੇ ਵੀ ਰਹਿੰਦੇ ਹੁਣ, ਠੀਕ ਹੈ। ਆਪਾਂ ਨੂੰ ਅਲੱਗ-ਅਲੱਗ ਐਕਸਟਰਾਆਰਡੀਨਰੀ ਹੈਬਿਟੇਟਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਜਿੱਦਾਂ ਕਿ ਆਪਾਂ ਨੂੰ ਕੋਲਡ ਮਾਊਂਟੇਨਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਡੈਸੀਡਸ ਫੋਰੈਸਟਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਓਸ਼ਨਸ, ਫਰੈਸ਼ ਵਾਟਰ ਲੇਕਸ, ਡੈਜ਼ਰਟਸ, ਹੌਟ ਸਪ੍ਰਿੰਗਸ, ਅਤੇ ਇਹਨਾਂ ਦੇ ਨਾਲ ਆਪਾਂ ਸਪੀਚਲੈਸ ਹੋ ਜਾਂਦੇ ਹਾਂ। The beauty of a galloping host of the migrating birds, the valley of flowers, or the attacking shark evokes awe and a deep sense of wonder. ਜਦੋਂ ਆਪਾਂ ਇਹ ਸਾਰੀਆਂ ਚੀਜ਼ਾਂ ਦੇਖਦੇ ਤਾਂ ਆਪਣੇ ਅੰਦਰ ਇੱਕ ਨਾ ਸੈਂਸ ਆਫ ਮਤਲਬ ਇੱਕ ਆਪਣਾ ਰਿਐਕਸ਼ਨ ਦਿੰਦੇ ਹਾਂ, ਠੀਕ ਹੈ। ਉਹ ਹੋ ਸਕਦਾ ਹੈ, ਡੀਪ ਸੈਂਸ ਆਫ ਵੰਡਰ ਹੋ ਸਕਦੀ ਹੈ ਨਾ। ਦ ਇਕੋਲੋਜੀਕਲ ਕਨਫਲਿਕਟ ਐਂਡ ਕੋਪਰੇਸ਼ਨ ਅਮੰਗ members of a population and among populations of a community, or even the molecular traffic inside a cell makes us deeply reflect on what indeed is life. ਠੀਕ ਆ, ਅਲੱਗ-ਅਲੱਗ ਜਿਹੜੇ ਔਰਗੈਨਿਜ਼ਮਸ ਨੇ ਹੈ ਨਾ, ਉਹਨਾਂ ਦੇ ਵਿੱਚ ਕਨਫਲਿਕਟ ਅਤੇ ਕੋਪਰੇਸ਼ਨ ਜਿਹੜੇ ਹੁੰਦੇ ਆ, ਭਾਵੇਂ ਉਹ ਇੱਕ ਪੋਪੂਲੇਸ਼ਨ ਦੇ ਮੈਂਬਰਸ ਦੇ ਵਿੱਚ ਹੋਣ ਜਾਂ ਫਿਰ ਇੱਕ ਕਮਿਊਨਿਟੀ ਦੀ ਅਲੱਗ-ਅਲੱਗ ਪੋਪੂਲੇਸ਼ਨ ਦੇ ਵਿੱਚ ਹੋਣ, ਉਹਨਾਂ ਦੇ ਵਿੱਚ ਕਨਫਲਿਕਟ ਵੀ ਹੋ ਸਕਦਾ, ਕੋਪਰੇਸ਼ਨ ਵੀ ਹੋ ਸਕਦੀ ਹੈ ਨਾ, ਜਾਂ ਭਾਵੇਂ ਸੈੱਲ ਦੇ ਅੰਦਰ ਦੇ ਮੋਲੀਕੂਲਰ ਟ੍ਰੈਫਿਕ ਦੇ ਵਿੱਚ ਕਿਉਂ ਨਾ ਹੋਵੇ,